ਵਾਹਿਗੁਰੂ ਸਾਹਿਬ ਜੀਓ। ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ ਨ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਰ ਵਿਰਕਿਓ ਨ। ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉ ਨ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਣ ਵਿਰਕਿਓ ਨ। ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਓ ਨ। 14 ਰਤਨ ਨਿਕਾਲਿਅਨ ਕਰ ਆਵਾ ਗੌਣ ਚਿਲਕਿਓ ਨ। ਕੁਦਰਤ ਇਹ ਵੇਖਾਲੀ ਅਨ ਜਿਣ ਐਵਡ ਪਿੰਡ ਠਣਕਿਓ ਨ। ਲਹਿਣੇ ਧਰਿਓ ਨ ਛਤਰ ਸਿਰ ਅਸਮਾਨ ਕਿਆੜਾ ਛਿਕਿਓ ਨ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓ ਨ। ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਜੇ ਕਿਓ ਨ। ਜਾਂ ਸੁਧੋਸ ਤਾਂ ਲਹਿਣਾ ਟਿਕਿਓ ਨ। ਜਾਂ ਸੁਧੋਸ ਤਾਂ ਲਹਿਣਾ ਟਿਕਿਓ ਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਗਿਆਨ ਦੇ ਅਗੰਮੀ ਭੰਡਾਰ ਗੁਰਤਾ ਗੱਦੀ ਤੇ ਸੁਭਾਇਮਾਨ ਧੰਨ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੀ ਮੁਬਾਰਕ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕੇ ਪਾਵਨ ਦਰਬਾਰ ਗੁਰਦੁਆਰਾ ਬਾਦਸ਼ਾਹੀ ਬਾਗ ਪਾਤਸ਼ਾਹੀ ਦਸਵੇਂ ਵਿਖੇ ਆਪ ਸਮੂਹ ਸੰਗਤ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤਿਗੁਰੂ ਜੀ ਕੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰ ਦੀ ਰਮਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੀ ਮਿਹਰ ਆਮਦ ਦੇ ਸਦਕਾ
ਰਾਮਕਲੀ ਰਾਗ ਵਿੱਚ ਭਾਈ ਸੱਤਾ ਜੀ, ਭਾਈ ਬਲਵੰਡ ਰਾਏ ਗੁਰੂ ਕਰਕੇ ਕੀਰਤਨੀਆਂ, ਗੁਰੂ ਕਰਕੇ ਸਿੱਖਾਂ ਵੱਲੋਂ ਗੁਰੂ ਸਾਹਿਬ ਜੀ ਦੀ ਉਸਤਤ ਵਡਿਆਈ ਵਿੱਚ ਉਚਾਰਨ ਕੀਤੀ ਹੋਈ ਵਾਰ, ਤਿਸ ਦੀਆਂ 3 ਪੌੜੀਆਂ ਤੱਕ ਦੀ ਵਿਚਾਰ ਅਸੀਂ ਸਾਂਝੀ ਕਰ ਚੁੱਕੇ ਹਾਂ। ਅੱਜ ਚੌਥੀ ਪੌੜੀ, ਜਿਸ ਦਾ ਪਾਠ ਹੁਣੇ ਆਪ ਜੀ ਨੇ ਸ਼ਰਵਣ ਕੀਤਾ ਹੈ, ਆਓ ਇਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਇਹ ਪੌੜੀ ਜੋ ਵਿਚਾਰ ਅਧੀਨ ਹੈ, ਇਸ ਪੌੜੀ ਅੰਦਰ ਭਾਈ ਸੱਤਾ ਜੀ ਨੇ ਹਵਾਲਾ ਦਿੱਤਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਬਣਾ ਕੇ ਤੇ ਆਪ ਵੀ ਉਹਨਾਂ ਦੇ ਅੱਗੇ ਮੱਥਾ ਟੇਕ ਕੇ ਗੁਰੂ ਜਾਣਿਆ, ਤੇ ਸਾਰੀ ਸੰਗਤ ਨੂੰ ਵੀ ਜਿਹੜਾ ਹੈ ਉਹ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਣ ਵਾਸਤੇ ਤੇ ਗੁਰੂ ਜਾਣਨ ਵਾਸਤੇ ਆਖਿਆ ਹੈ। गुरु नानक साहब महाराज जी का ये फैसला कुछ लोग ऐसे भी जिन्होंने पसंद नहीं आया ते ओ उस वेले इंज आखन लगे कि गुरु नानक साहब जी ने एक ऐसा उल्ट ही कार्य कर दिता है कि अज तक ना ते ऐसा कदी सुनिया सी ते ना कदी वेख्या कि किसे गुरु ने, किसे पीर ने, किसे मुरशद ने अपने चेले नूं मत्था टेकिया होवे। हाँ, इन्हां ते रोज वेखदे सुनदे हां कि चेले जिहड़े ने वो सदा ही अपने गुरुआं दे अगे मत्था टेकदे ने, गुरुआं अगे पीरां अगे उन्हां दा सिर झुकदा है। पर ये ते पहली वारी असीं वेख्या ते सुनिया कि एक पीर ने, गुरु ने अपने चेले अगे मत्था टेक दिता होवे। तो उन्होंने सतगुरु गुरु नानक साहब महाराज पातशाह जी के इस फैसले दे उत्ते इंज आख्या जिसनूं भाई सत्ता जी ने इस पौड़ी विच लिखिया है, हो रिओ गंग वहाई है दुनियाई आखै के क्यों ना। उन्हें आख्या भी संसार दुनियाई लोग जिहड़े ने जिन्हां नूं ये गल चंगी नहीं लगी ते वो आखन लगे भी गुरु नानक साहब जी ने ते होर पासे तो ही गंगा बहा दिती है। जिवें आम तौर ते कोई पुठा कारज करे ते असीं ज़्यादातर उसनूं आखदे हां भी इहने ते उल्टे पासे दी गंगा चला दिती है। तो दुनियाई आख है, दुनिया ने आख्या है कि क्यों ने, ये उसने की कीता है। हो रिओ गंग वहाई है, होर पासे दी गंगा वहा दिती, भाव उल्ट कार्य कर दिता। नानक ईश्वर जगन्नाथ उच्च हद्दी वैण विरक्यों न। गुरु नानक साहब महाराज जो जगत दे नाथ, जगत दे ईश्वर पातशाह बने ने,
ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਰਸਨਾ ਵਿੱਚੋਂ ਉੱਚ ਹੱਦ ਤੋਂ ਉੱਚਾ, ਵੈਣ ਦਾ ਅਰਥ ਹੈ ਬੋਲ, ਵਿਰਕਿਉਣ ਦਾ ਅਰਥ ਹੈ ਬੋਲਿਆ ਹੈ। ਇਹ ਜਦੋਂ ਬਚਨ ਕੀਤਾ ਹੈ ਕਿ ਹੁਣ ਤੋਂ ਭਾਈ ਲਹਿਣਾ ਜੀ ਨੂੰ ਗੁਰੂ ਕਰਕੇ ਜਾਣੋ, ਗੁਰੂ ਕਰਕੇ ਉਹਨਾਂ ਦੀ ਪੂਜਾ ਕਰੋ, ਉਹਨਾਂ ਦਾ ਸਤਿਕਾਰ ਕਰੋ, ਤੇ ਆਪ ਵੀ ਮੱਥਾ ਟੇਕਿਆ। ਤੇ ਸੰਸਾਰ ਨੂੰ, ਲੋਕਾਈ ਨੂੰ ਇਹ ਬੜਾ ਉੱਚ ਹੱਦ ਦਾ ਵੈਣ ਬਚਨ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣਾਇਆ ਹੈ। ਫਿਰ ਆਖਦੇ ਨੇ, ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਓਨ। ਇੱਕ ਸਨਾਤਨ ਮਤ ਵਿੱਚ ਇਸ ਤਰ੍ਹਾਂ ਦੀ ਇੱਕ ਕਥਾ ਸੁਣਾਈ ਜਾਂਦੀ ਹੈ ਕਿ ਦੇਵਤਿਆਂ ਤੇ ਰਾਖਸ਼ਾਂ ਨੇ ਮਿਲ ਕਰਕੇ ਸਮੁੰਦਰ ਮੰਥਨ ਕੀਤਾ ਹੈ। ਵਿਸ਼ਾਲ ਸਮੁੰਦਰ ਦੇ ਵਿਚਕਾਰ ਹਿਮਾਲਾ ਪਰਬਤ ਨੂੰ ਉਹਨਾਂ ਨੇ ਜਿਹੜਾ ਹੈ ਮਧਾਣੀ ਬਣਾ ਕੇ, ਤੇ ਸੱਪਾਂ ਦਾ ਰਾਜਾ ਬਾਸ਼ਕ ਨਾਗ ਜਿਹੜਾ ਹੈ ਉਹ ਨੇਤਰਾ ਬਣਾ ਕਰਕੇ ਤੇ ਉਹ ਸਮੁੰਦਰ ਦਾ ਜਿਹੜਾ ਹੈ ਉਹਨੂੰ ਰਿੜਕਿਆ ਹੈ। ਤੇ ਰਿੜਕ ਕਰਕੇ ਉਹਦੇ ਵਿੱਚੋਂ ਜਿਹੜੇ ਨੇ ਉਹ 14 ਰਤਨ ਕੱਢੇ। ਇਸ ਤਰ੍ਹਾਂ ਦੀ ਸਨਾਤਨ ਮਤ ਵਿੱਚ ਇੱਕ ਕਥਾ ਚੱਲਦੀ ਹੈ। ਇੱਥੇ ਭਾਈ ਸੱਤਾ ਜੀ ਨੇ ਇੱਕ ਹਵਾਲਾ ਦਿੱਤਾ ਹੈ, ਤੋ ਆਖਦੇ ਨੇ, ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਉ। ਮਾਧਾਣਾ ਬਣਾਇਆ ਪਰਬਤ ਨੂੰ, ਜਿਵੇਂ ਉਹਨਾਂ ਨੇ ਹਿਮਾਲਾ ਪਰਬਤ ਨੂੰ ਬਣਾਇਆ। ਇੱਥੇ ਆਖਣ ਲੱਗੇ ਵੀ ਪਰਬਤ ਭਾਵ ਜੋ ਬੜਾ ਉੱਚਾ ਹੈ, ਤੇ ਉੱਚੀ ਸੁਰਤ ਰੂਪੀ ਮਧਾਣੀ ਨਾਲ ਕਰ ਨੇਤਰ ਬਾਸ਼ਕ, ਜਿਹੜਾ ਨੇਤਰਾ ਹੈ, ਰੱਸੀ ਹੈ, ਇਹ ਮਨ ਨੂੰ ਬਣਾਇਆ ਹੈ। ਜੋ ਬਾਸ਼ਕ ਭਾਵ ਨਾਗ ਉਹਨਾਂ ਨੇ ਸੱਪਾਂ ਦਾ ਰਾਜਾ ਬਣਾਇਆ ਸੀ ਨੇਤਰਾ, ਤੇ ਇੱਥੇ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਉੱਚੀ ਸੁਰਤ ਨੂੰ ਮਧਾਣਾ ਬਣਾ ਕਰਕੇ ਤੇ ਆਪਣੇ ਮਨ ਨੂੰ ਜਿਹੜਾ ਹੈ ਕਾਬੂ ਵਿੱਚ ਕਰਕੇ, ਮਨ ਨੂੰ ਕਾਬੂ ਵਿੱਚ ਕਰਕੇ ਇਹਨੂੰ ਨੇਤਰਾ ਬਣਾ ਕੇ ਤੇ ਸ਼ਬਦ ਰਿੜਕਿਉਣ, ਸ਼ਬਦ ਵਿੱਚ ਰਿੜਕਾ ਪਾਇਆ, ਗੁਰੂ ਕਾ ਸ਼ਬਦ ਵਿਚਾਰਿਆ ਹੈ। ਤਾਂ ਉਹਦੇ ਨਾਲ ਕੀ ਹੋਇਆ, ਜਦੋਂ ਸੁਰਤ ਉੱਚੀ ਕਰਕੇ ਤੇ ਆਪਣੇ ਮਨ ਨੂੰ ਕਾਬੂ ਕਰਕੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਜਾਵੇ, ਤੇ ਫਿਰ 14 ਰਤਨ ਨਿਕਾਲਿਆਣ ਕਰ ਆਵਾ ਗੌਣ ਚਿਲਕਿਉਣ। ਤੋ ਆਖਦੇ ਨੇ ਵੀ ਜਿਵੇਂ ਦੇਵਤਿਆਂ ਤੇ ਰਾਖਸ਼ਾਂ ਨੇ 14 ਰਤਨ ਕੱਢੇ, ਤੇ ਇਵੇਂ ਗੁਰੂ ਸਾਹਿਬ ਜੀ ਨੇ ਜਿਹੜਾ ਹੈ ਉੱਚੀ ਸੁਰਤ ਕਰਕੇ, ਮਨ ਵਸ ਵਿੱਚ ਕਰਕੇ ਤੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਕੇ, ਤੇ ਇਹਦੇ ਵਿੱਚੋਂ 14 ਰਤਨ ਦੈਵੀ ਗੁਣਾਂ ਦੇ, ਰੱਬੀ ਗੁਣਾਂ ਦੇ। ਕਿਹੜੇ ਰਤਨ ਕੱਢੇ ਨੇ? ਸਤ, ਸੰਤੋਖ, ਦਇਆ, ਧੀਰਜ, ਸੇਵਾ, ਸਿਮਰਨ, ਬੰਦਗੀ, ਪਰਉਪਕਾਰ ਇਤਿਆਦਿਕ। ਇਹ ਜਿਹੜੇ ਨੇ 14 ਰਤਨ ਕੱਢੇ ਨੇ। ਕਰ ਆਵਾ ਗੌਣ ਚਿਲਕਿਉਣ। ਆਵਾ ਗੌਣ ਇਹ ਸੰਸਾਰ ਨੂੰ ਆਖਿਆ ਜਾਂਦਾ ਹੈ, ਜੋ ਆਉਂਦਾ ਜਾਂਦਾ ਹੈ। ਚਿਲਕਿਉਣ ਦਾ ਅਰਥ ਹੈ ਜੋ ਲਿਸ਼ਕਾ ਦਿੱਤਾ ਹੈ, ਸੋਹਣਾ ਬਣਾ ਦਿੱਤਾ ਹੈ। ਤੋ ਆਖਣ ਤੋਂ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸ਼ਬਦ ਤੇ ਸੁਰਤ ਦੀ ਨੀਂਹ ਰੱਖੀ ਹੈ, ਤੇ ਉਸ ਨੀਂਹ ਵਿੱਚੋਂ ਸਾਰੇ ਸੰਸਾਰ ਨੂੰ ਜਿਹੜਾ ਹੈ ਉਹ ਰੱਬ ਦੀ ਬੰਦਗੀ ਦਾ, ਸਿਮਰਨ ਦਾ ਤੇ ਜੀਵਨ ਸਫਲ ਕਰਨ ਦਾ ਇੱਕ ਜਿਹੜਾ ਮੁਕਾਮ, ਇੱਕ ਥਾਂ ਮਿਲਿਆ ਹੈ। ਤੇ ਕੁੱਲ ਕਾਇਨਾਤ ਦੇ ਸੰਸਾਰ ਦੇ ਸਾਹਮਣੇ ਇਹ ਉਦਾਹਰਨ ਬਣਾ ਕੇ ਰੱਖ ਦਿੱਤੀ ਕਿ ਗੁਰੂ ਕੇ ਘਰ ਵਿੱਚ, ਗੁਰੂ ਦੇ ਦਰ ਵਿੱਚ ਇਸ ਤਰ੍ਹਾਂ ਦੀ ਸੇਵਾ ਕਰੋ, ਇਸ ਤਰ੍ਹਾਂ ਦਾ ਰਹਿਣਾ ਬਣਾਓ ਜਿਸ ਢੰਗ ਦੇ ਨਾਲ ਭਾਈ ਲਹਿਣਾ ਜੀ ਰਹੇ ਹਨ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅੱਗੇ ਪੂਰੇ ਦਾ ਪੂਰਾ ਸਮਰਪਿਤ ਕਰ ਦਿੱਤਾ। ਇਵੇਂ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰੋ, ਤੇ ਜਿਹਦੇ ਨਾਲ
ਇਹ ਉੱਚੀ ਪਦਵੀ ਮਨੁੱਖਾ ਜੋਨੀ ਦੀ ਤੇ ਕਰਤੇ ਦੇ ਘਰ ਵਿੱਚ ਪ੍ਰਵਾਨ ਹੋਣ ਦੀ ਜਿਹੜੀ ਹੈ ਦਾਤ ਮਿਲ ਸਕਦੀ ਹੈ। ਇਸ ਕਰਕੇ ਇਹ ਇੱਕ ਉਦਾਹਰਨ ਬਣਾ ਕਰਕੇ ਸਾਡੇ ਸਾਹਮਣੇ ਰੱਖ ਦਿੱਤੀ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਦਰ ਵਿੱਚ ਭਾਈ ਲਹਿਣਾ ਜੀ ਨੇ ਆਪਣੇ ਆਪ ਨੂੰ ਇਵੇਂ ਸਮਰਪਿਤ ਕੀਤਾ ਜਿਸ ਵਿੱਚ ਉਹਨਾਂ ਨੇ ਗੁਰੂ ਬਣ ਕਰਕੇ ਇਹ ਸਾਰੀ ਕਾਇਨਾਤ ਨੂੰ ਬਚਨ ਵੀ ਦਿੱਤਾ ਹੈ ਕਿ ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਐ। ਜਿਹਦੇ ਨਾਲ ਨੇਹ ਹੈ, ਜਿਹਦੇ ਨਾਲ ਪਿਆਰ ਹੈ, ਉਹਦੇ ਨਾਲ ਲੇਖਾ ਜੋਖਾ ਨਹੀਂ ਕੀਤਾ ਜਾਂਦਾ ਵੀ ਉਹਨੇ ਮੈਨੂੰ ਕੀ ਦਿੱਤਾ ਹੈ, ਮੇਰੇ ਵਾਸਤੇ ਕੀ ਕੀਤਾ ਹੈ। ਜਿੱਥੇ ਪਿਆਰ ਹੈ, ਪ੍ਰੇਮ ਹੈ, ਉੱਥੇ ਇਸ ਤਰ੍ਹਾਂ ਦਾ ਲੇਖਾ ਜੋਖਾ ਨਹੀਂ ਜੇ ਹੁੰਦਾ। ਇਸ ਨੂੰ ਆਸਾ ਕੀ ਵਾਰ ਵਿੱਚੋਂ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇੱਕ ਕੀਮਤੀ ਵਚਨ ਦਿੱਤਾ ਹੈ। ਉਹ ਆਖਦੇ ਨੇ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਉਹ ਆਸ਼ਕ ਨਹੀਂ ਆਖਿਆ ਜਾ ਸਕਦਾ, ਉਹ ਪ੍ਰੇਮੀ ਨਹੀਂ ਆਖਿਆ ਜਾ ਸਕਦਾ ਜਿਹੜਾ ਲੇਖੇ ਜੋਖੇ ਵਿੱਚ ਵਰਤੇ ਕਿ ਮੈਨੂੰ ਕੀ ਮਿਲਿਆ, ਮੈਨੂੰ ਕੀ ਮਿਲੇਗਾ, ਐਸਾ ਨਹੀਂ ਹੈ। ਉਹ ਤੇ ਸੇਵਾ ਵਿੱਚ ਜੁੜਿਆ ਰਹਿੰਦਾ ਹੈ, ਜਿਸ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਸੇਵਕ ਨੇ ਜਿਹੜਾ ਹੈ ਉਹ ਗੁਰੂ ਦੇ ਘਰ ਵਿੱਚ, ਗੁਰੂ ਦੇ ਦਰ ਵਿੱਚ ਕਿਵੇਂ ਰਹਿਣਾ ਹੈ। ਇੱਕ ਸਿੱਖ ਨੇ ਗੁਰੂ ਦੇ ਦਰ ਤੇ ਕਿਸ ਤਰੀਕੇ ਨਾਲ ਰਹਿਣਾ ਹੈ, ਕਿਵੇਂ ਸੇਵਾ ਕਰਨੀ ਹੈ, ਇਹਦੀ ਜੀਵਨ ਜੁਗਤੀ ਸਾਨੂੰ ਬਾਣੀ ਵਿੱਚ ਮਿਲਦੀ ਹੈ। ਤੇ ਹਜ਼ੂਰ ਨੇ ਉੱਥੇ ਕਿਰਪਾ ਕੀਤੀ ਹੈ, ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਦਾਸ। ਜਿਹਨੇ ਆਪਣਾ ਮਨ ਵੇਚ ਦਿੱਤਾ ਹੈ। ਤੇ ਸੱਚ ਜਾਣਿਓ, ਭਾਈ ਲਹਿਣਾ ਜੀ ਨੇ ਆਪਣਾ ਮਨ ਗੁਰੂ ਨਾਨਕ ਦੇ ਘਰ ਵਿੱਚ ਵੇਚ ਦਿੱਤਾ। ਫਿਰ ਉਸੇ ਪਵਿੱਤਰ ਬਾਣੀ ਵਿੱਚੋਂ ਸਤਿਗੁਰੂ ਨੇ ਹੋਰ ਰਹਿਮਤ ਕੀਤੀ ਤੇ ਆਖਿਆ ਹੈ, ਗੁਰ ਕੈ ਸਿੱਖ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਉਹ ਸਿੱਖ ਜਿਹੜਾ ਗੁਰੂ ਦੇ ਗ੍ਰਹਿ ਵਿੱਚ, ਗੁਰੂ ਦੇ ਘਰ ਵਿੱਚ ਰਹਿਣਾ ਚਾਹਵੇ, ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਉਹ ਆਗਿਆ ਜਿਹੜੀ ਹੈ ਉਹ ਗੁਰੂ ਕੀ, ਉਹਨੂੰ ਮੰਨਣ ਵਾਲਾ ਹੋਵੇ। ਇਸ ਘਰ ਵਿੱਚ, ਇਸ ਦਰ ਵਿੱਚ ਉਹਦੀ ਪ੍ਰਵਾਨਗੀ ਹੈ ਤੇ ਉਹਨੂੰ ਸ਼ਾਬਾਸ਼ ਆਖਿਆ ਜਾਵੇਗਾ ਜਿਹੜਾ ਆਗਿਆ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਇੱਥੇ ਭਾਈ ਸੱਤਾ ਜੀ, ਭਾਈ ਬਲਵੰਡ ਰਾਏ ਜੀ ਇਸ ਬਾਣੀ ਵਿੱਚੋਂ ਗੁਰੂ ਅੰਗਦ ਸਾਹਿਬ ਮਹਾਰਾਜ ਕੀ ਉਸਤਤ ਦਾ ਇਹ ਬਚਨ ਆਖਦੇ ਨੇ। ਤੋ ਆਖਦੇ ਨੇ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਰਹਿ ਕਰਕੇ ਉਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ, ਜਿਵੇਂ ਦੇਵਤਿਆਂ ਤੇ ਰਾਖਸ਼ਾਂ ਨੇ ਸਮੁੰਦਰ ਮੰਥਨ ਕਰਕੇ 14 ਰਤਨ ਕੱਢੇ। ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਘਰ ਦਰ ਵਿੱਚ ਰਹਿ ਕਰਕੇ ਉਹ ਸਾਰੀਆਂ ਬਖਸ਼ਿਸ਼ਾਂ ਲੈ ਲਈਆਂ ਨੇ। ਸਤ ਸੰਤੋਖ, ਦਇਆ, ਧੀਰਜ, ਸੇਵਾ, ਸਿਮਰਨ, ਇਹ ਸਾਰੇ ਰਤਨ ਰੂਪੀ ਸ਼ੁਭ ਗੁਣ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਪ੍ਰਾਪਤ ਕੀਤੇ। ਤੇ ਇਹਨਾਂ ਗੁਣਾਂ ਨੂੰ ਪ੍ਰਾਪਤ ਕਰਕੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੇ ਕੋਲ ਲੁਕੋ ਕਰਕੇ ਨਹੀਂ ਰੱਖੇ, ਸਗੋਂ ਇਹ ਗੁਣ ਸੰਸਾਰ ਨੂੰ ਵੀ ਜਿਹੜਾ ਹੈ ਵੰਡੇ ਨੇ ਤੇ ਸੰਸਾਰ ਨੂੰ ਵੀ ਆਖਿਆ ਵੀ ਤੁਸੀਂ ਵੀ ਇਵੇਂ ਸੇਵਾ ਕਰਕੇ ਪ੍ਰਵਾਨ ਹੋ ਸਕਦੇ ਹੋ। ਫਿਰ ਅੱਗੇ ਹੈ ਜੀ, ਕੁਦਰਤ ਇਹ ਵੇ ਖਾਲੀਅਨ ਜਿਣ ਐਵਡ ਪਿੰਡ ਠਿਣ ਕੇ ਹੋਣ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੁਦਰਤ ਇਹ ਵੇ ਖਾਲੀਅਨ, ਕੁਦਰਤ ਅਰਥ ਹੈ ਸਮਰੱਥਾ, ਤਾਕਤ। ਇਹੋ ਜੀ ਸਮਰੱਥਾ, ਇਹੋ ਜੀ ਤਾਕਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਖਾਈ ਹੈ ਕਿ ਜਿਨ੍ਹਾਂ ਨੇ ਫਿਰ ਭਾਈ ਲਹਿਣਾ ਜੀ ਵਰਗੀ ਸ਼ੁੱਧ ਆਤਮਾ ਨੂੰ ਠਿਣ ਕੇ ਆਉਣ ਪਰਖਿਆ ਹੈ। ਜਿਵੇਂ ਪਹਿਲਾਂ ਮਿੱਟੀ ਦੇ ਭਾਂਡੇ ਜਿਹੜੇ ਨੇ ਉਹ ਘਰਾਂ ਵਿੱਚ ਵਰਤੇ ਜਾਂਦੇ ਸਨ ਪੁਰਾਤਨ ਸਮਿਆਂ ਅੰਦਰ, ਤੇ ਜਿਸ ਵੇਲੇ ਭਾਂਡਾ ਉਹ ਖਰੀਦਣਾ ਹੈ ਤੇ ਉਹ ਮਿੱਟੀ ਦੇ ਭਾਂਡੇ ਨੂੰ ਜਿਹੜਾ ਹੈ ਉਹ ਟਣਕਾ ਕਰਕੇ ਵੇਖਿਆ ਜਾਂਦਾ ਸੀ ਵੀ ਕਿਤੇ ਕੱਚਾ ਜਾਂ ਕਿਤੋਂ ਖਰਾਬ ਤੇ ਨਹੀਂ ਹੈ। ਇਹ ਉਹਨੂੰ ਟਣਕਾ ਕਰਕੇ ਵੇਖਣਾ, ਭਾਵ ਪਰਖ ਕਰਕੇ ਵੇਖਣਾ ਸੀ।
ਮਾਨੋ ਕਿਸੇ ਨੇ ਘੜਾ ਖਰੀਦਣਾ ਹੈ ਤੇ ਉਹ ਖਰੀਦਣ ਵਾਲਾ ਜਿਹੜਾ ਉਹਦੀ ਪਹਿਲਾਂ ਪਰਖ ਕਰਦਾ ਵੀ ਇਹਦੇ ਵਿੱਚ ਮੈਂ ਘਰ ਲਿਜਾ ਕਰਕੇ ਪਾਣੀ ਪਾਉਣਾ, ਤੇ ਜੇ ਪਾਣੀ ਪਾਉਣ ਤੋਂ ਪਹਿਲਾਂ ਇਸ ਨੂੰ ਨਾ ਪਰਖਿਆ ਤੇ ਹੋ ਸਕਦਾ ਵੀ ਜੇ ਇਹਦੇ ਵਿੱਚ ਪਾਣੀ ਪਾ ਦਿੱਤਾ ਤੇ ਸਾਰਾ ਪਾਣੀ ਇਹਦੇ ਵਿੱਚੋਂ ਜਿਹੜਾ ਲੀਕ ਹੋ ਜਾਵੇ, ਬਾਹਰ ਡੁੱਲ ਜਾਵੇ। ਇਸ ਕਰਕੇ ਉਹ ਪਹਿਲਾਂ ਨੂੰ ਟਣਕਾ ਕਰਕੇ ਵੇਖਦਾ, ਪਰਖ ਕਰਕੇ ਵੇਖਦਾ ਤੇ ਫਿਰ ਉਹਨੂੰ ਪ੍ਰਵਾਨ ਕਰਦਾ। ਤੇ ਮੈਂ ਇੰਝ ਵੀ ਆਖਾਂ ਵੀ ਅੱਜ ਵੀ ਹੋਰ ਵੀ ਜਿੰਨੀਆਂ ਵੀ ਵਸਤੂਆਂ ਅਸੀਂ ਆਪਣੇ ਘਰ ਵਿੱਚ ਲੋੜ ਵਾਸਤੇ ਖਰੀਦਦੇ ਹਾਂ ਤੇ ਉਹਨਾਂ ਦੀ ਪਰਖ ਕਰਦੇ ਹਾਂ। ਜਿਵੇਂ ਕੋਈ ਸਬਜ਼ੀ ਭਾਜੀ ਖਰੀਦਣ ਜਾਂਦਾ ਤੇ ਵੇਖਦਾ ਹੈ ਵੀ ਸਬਜ਼ੀਆਂ ਜਿਹੜੀਆਂ ਨੇ ਵੀ ਤਾਜ਼ੀਆਂ ਵੀ ਹਨ ਕਿ ਨਹੀਂ, ਕੋਈ ਫਲਾਂ ਨੂੰ ਵੇਖਦਾ ਹੈ। ਇਵੇਂ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਇਹ ਗੁਰੂ ਜੋਤ ਜਿਸ ਭਾਂਡੇ ਵਿੱਚ ਟਿਕਾਉਣੀ ਹੈ, ਉਸ ਭਾਂਡੇ ਭਾਈ ਲਹਿਣਾ ਰੂਪੀ ਭਾਂਡੇ ਨੂੰ ਪਰਖ ਕਰਕੇ ਵੇਖਿਆ। ਕਿੰਨੀਆਂ ਕੁ ਪਰਖਾਂ ਹੋਈਆਂ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਤੇ ਗੁਰੂ ਸਾਹਿਬ ਜੀ ਨੇ ਵਾਰ-ਵਾਰ ਪਰਖ ਕਰਦੇ ਨੇ, ਤੇ ਜਦੋਂ ਉਹਨੂੰ ਪਰਖ ਦੇ ਵਿੱਚੋਂ ਪਾਸ ਹੋਏ ਨੇ ਤੇ ਫਿਰ ਹੋਇਆ ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਤੇ ਫਿਰ ਭਾਈ ਲਹਿਣਾ ਜੀ ਦੇ ਸਿਰ ਉੱਤੇ ਗੁਰਿਆਈ ਦਾ ਛਤਰ ਧਰ ਦਿੱਤਾ, ਤੇ ਛਤਰ ਧਰ ਕਰਕੇ ਉਹਨਾਂ ਦੀ ਸ਼ੋਭਾ, ਉਹਨਾਂ ਦੀ ਵਡਿਆਈ ਉਹ ਅਸਮਾਨ ਜਿੰਨੀ ਉੱਚੀ ਕਰ ਦਿੱਤੀ। ਇੱਥੇ ਇੱਕ ਕੀਮਤੀ ਅੱਖਰ ਹੈ ਅਸਮਾਨ ਕਿਆੜਾ ਛਿਕਿਓਨ। ਕਿਆੜਾ ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਵਿੱਤਰ ਬਾਣੀ ਵਿੱਚ ਇੱਕੋ ਵਾਰੀ ਆਇਆ, ਦੂਜੀ ਵਾਰੀ ਨਹੀਂ ਆਇਆ, ਉਹ ਇੱਥੇ ਹੀ ਹੈ। ਕਿਆੜਾ ਦਾ ਜਿਹੜਾ ਅਰਥ ਵਿਦਵਾਨ ਸੱਜਣ ਆਖਦੇ ਨੇ, ਧੌਣ ਨੂੰ ਆਖਦੇ ਨੇ, ਗਿੱਚੀ ਨੂੰ ਆਖਦੇ ਨੇ। ਜਿਵੇਂ ਛੋਟੇ ਬੱਚਿਆਂ ਨੂੰ ਕਈ ਵਾਰੀ ਐਸਾ ਹੁੰਦਾ ਸੀ ਵੀ ਦੋਵੇਂ ਹੱਥ ਜਿਹੜੇ ਨੇ ਸੀ ਉਹਦੇ ਕੰਨ ਤੇ ਰੱਖ ਕਰਕੇ ਤੇ ਉਹਨੂੰ ਧੌਣ ਤੋਂ ਤਾਂ ਚੁੱਕਣਾ, ਤੈਨੂੰ ਆਖਣਾ ਵੀ ਲੈ ਵੀ ਤੈਨੂੰ ਤੇਰੇ ਨਾਨਕਿਆਂ ਦਾ ਪਿੰਡ ਵਿਖਾਈਏ, ਇਵੇਂ ਉਹਦੀ ਧੌਣ ਉੱਚੀ ਕਰਨੀ। ਤੋ ਇੱਥੇ ਭਾਈ ਸੱਤਾ ਜੀ ਨੇ ਹਵਾਲਾ ਦੇ ਕੇ ਇਹ ਆਖਿਆ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਲਹਿਣੇ ਧਰਿਓਨ ਛਤਰ ਸਿਰ, ਛਤਰ ਧਰ ਕੇ ਭਾਈ ਲਹਿਣਾ ਜੀ ਦੇ ਸਿਰ ਤੇ ਗੁਰਿਆਈ ਦਾ, ਤੇ ਫਿਰ ਅਸਮਾਨ ਕਿਆੜਾ ਛਿਕਿਓਨ, ਅਸਮਾਨ ਤੱਕ ਖਿੱਚ ਕਰਕੇ ਉਹਨਾਂ ਦੀ ਸ਼ੋਭਾ ਉੱਚੀ ਕਰ ਦਿੱਤੀ, ਉਹਨਾਂ ਦੀ ਵਡਿਆਈ ਵੱਡੀ ਕਰ ਦਿੱਤੀ। ਜਿੰਨਾ ਅਦਬ ਸਤਿਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਸ ਵੇਲੇ ਲੋਕਾਈ ਕਰ ਰਹੀ ਸੀ, ਉਹ ਸਾਰਾ ਅਦਬ ਸਤਿਕਾਰ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਮਿਲਿਆ ਹੈ। ਇਹ ਹੋਇਆ ਇਸ ਤਰ੍ਹਾਂ ਹੈ, ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ। ਜਿਸ ਤਰ੍ਹਾਂ ਬਾਣੀ ਦਾ ਇਹ ਬਚਨ ਹੈ ਕਿ ਸਰੀਰ ਜਿਹੜੇ ਨੇ ਉਹ ਤੇ ਇੱਥੇ ਹੀ ਨਾਸ਼ ਹੋ ਜਾਂਦੇ ਹਨ, ਇਹ ਨਾਲ ਨਹੀਂ ਜਾਂਦੇ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਿਹੜਾ ਸਰੀਰ ਸਾਡੇ ਨਾਲ ਹੀ ਜਨਮਿਆ ਇਹ ਵੀ ਨਾਲ ਨਹੀਂ ਜਾਣ ਵਾਲਾ, ਇਹ ਇੱਥੇ ਜਨਮਿਆ ਤੇ ਇੱਥੇ ਨਾਸ਼ ਹੋ ਜਾਂਦਾ ਹੈ। ਪਰ ਇਸ ਸਰੀਰ ਵਿੱਚ ਜੋ ਆਤਮਾ ਰਹਿ ਰਹੀ ਹੈ, ਇਹ ਜੋਤ ਰੂਪ ਹੈ, ਪ੍ਰਕਾਸ਼ ਰੂਪ ਹੈ, ਤੇ ਇਹ ਫਿਰ ਜਿਸ ਥਾਂ ਤੋਂ ਜਹਨ ਤੇ ਉਪਜੀ, ਜਿੱਥੋਂ ਇਹ ਪੈਦਾ ਹੋਈ ਹੈ ਤੇ ਉੱਥੇ ਜਾ ਕਰਕੇ ਸਮਾ ਜਾਂਦੀ ਹੈ। ਕਰਤੇ ਅਕਾਲ ਪੁਰਖ ਨੇ ਇਹ ਜੋਤ, ਇਹ ਜਿੰਦ, ਇਹ ਆਤਮਾ ਸਰੀਰ ਵਿੱਚ ਪਾਈ ਤੇ ਬਾਅਦ ਵਿੱਚ ਉੱਥੇ ਜਾ ਕਰਕੇ ਮਿਲ ਗਈ। ਇਹਨੂੰ ਆਖਿਆ ਕਿ ਮੂਲ ਨਾਲ ਜਿਹੜਾ ਹੈ ਉਹ ਜੁੜ ਜਾਣਾ। ਤੇ ਪਵਿੱਤਰ ਬਾਣੀ ਵਿੱਚੋਂ ਆਪ ਜੀ ਇੱਕ ਬਚਨ ਪੜ੍ਹਦੇ ਹੋ, ਜੋਤੀ ਜੋਤ ਡਲੀ ਸੰਪੂਰਨ ਥੀਆ ਰਾਮ। ਜੋਤ ਵਿੱਚ ਜੋਤ ਮਿਲ ਗਈ। ਤੁਸੀਂ ਵੇਖੋ ਵੀ ਜਦੋਂ ਕਿਸੇ ਦੋ ਜਗਦੇ ਹੋਏ ਦੀਵਿਆਂ ਦੀ ਜੋਤ ਲਾਟ ਨੂੰ ਬਿਲਕੁਲ ਨਾਲ ਜੋੜ ਦਈਏ, ਇਕੱਠਿਆਂ ਕਰ ਦਈਏ, ਤੇ ਉਹ ਫਿਰ ਦੋ ਨਹੀਂ ਦਿਖਾਈ ਦਿੰਦੀਆਂ, ਇੱਕੋ ਹੀ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਅੰਦਰ ਦੀ ਗੁਰ ਜੋਤ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਵਿੱਚ ਟਿਕਾ ਦਿੱਤੀ, ਤੇ ਉਹ ਜੋਤ ਹੁਣ ਉੱਥੇ ਟਿਕ ਗਈ ਹੈ, ਸਮਾ ਗਈ ਹੈ। ਜੋਤ ਸਮਾਣੀ ਜੋਤ ਮਾਹੀ, ਜੋਤ ਜੋਤ ਵਿੱਚ ਰਲ ਗਈ। ਆਪ ਆਪੈ ਸੇਤੀ ਮਿਕਿਓਨ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਆਪਣੇ ਬਰਾਬਰ ਹੀ ਗੁਰੂ ਅੰਗਦ ਸਾਹਿਬ ਜੀ ਨੂੰ ਕਰ ਲਿਆ ਹੈ। ਉਹਨਾਂ ਦੀ ਸ਼ੋਭਾ, ਉਹਨਾਂ ਦੀ ਵਡਿਆਈ
ਓਨੀ ਹੀ ਬਣ ਗਈ ਜਿੰਨੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੀ। ਉਹ ਬਰਾਬਰਤਾ ਕਰ ਲਈ ਹੈ। ਮਿਕਿਉਣ ਦਾ ਅਰਥ ਹੈ ਇੱਕ ਮਿਕ ਕਰ ਲਿਆ, ਬਰਾਬਰ ਕਰ ਲਿਆ। ਫਿਰ ਅੱਗੇ ਇੱਕ ਪੰਕਤੀ ਹੈ ਜਿੱਥੋਂ ਸਾਨੂੰ ਬਾਣੀ ਦਾ ਤੇ ਗੁਰ ਇਤਿਹਾਸ ਦਾ ਇੱਕ ਸਿਧਾਂਤਕ ਨੁਕਤਾ ਜਿਹੜਾ ਹੈ ਸਮਝ ਆਉਂਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਬਖਸ਼ੀ ਹੈ ਤੇ ਅੱਜ ਦੀ ਇਸ ਪੌੜੀ ਦੀ ਵਿਚਾਰ ਅਨੁਸਾਰ ਸ਼ੁਰੂਆਤ ਹੋਈ ਸੀ ਕਿ ਸੰਸਾਰ ਦੇ ਕੁਝ ਲੋਕਾਂ ਨੇ ਇਹਨੂੰ ਬੜਾ ਹੈਰਾਨੀ ਵਜੋਂ ਲਿਆ ਕਿ ਇਹ ਤੇ ਹੋਰਿਓਂ ਗੰਗ ਵਹਾਈ ਹੈ, ਉਲਟੇ ਪਾਸੇ ਦੀ ਗੰਗਾ ਵਹਾ ਦਿੱਤੀ। ਕਿ ਅਸੀਂ ਅਜਿਹਾ ਸੁਣਿਆ ਵੇਖਿਆ ਸੀ ਕਿ ਕੋਈ ਚੇਲਾ ਜਿਹੜਾ ਉਹ ਤੇ ਆਪਣੇ ਗੁਰੂ ਪੀਰ ਮੁਰਸ਼ਦ ਅੱਗੇ ਮੱਥਾ ਟੇਕਦਾ, ਪਰ ਇਹ ਤੇ ਉਲਟ ਹੋ ਗਿਆ ਕਿ ਇੱਕ ਗੁਰੂ ਆਪਣੇ ਚੇਲੇ ਅੱਗੇ ਮੱਥਾ ਟੇਕ ਰਿਹਾ ਹੈ। ਹੁਣ ਇਸ ਪੰਕਤੀ ਵਿੱਚ ਜੋ ਅੱਗੇ ਭਾਈ ਸੱਤਾ ਜੀ ਨੇ ਲਿਖੀ ਹੈ ਕਿ ਜਿਸ ਵੇਲੇ ਇਹ ਗੁਰੂ ਜੋਤ ਭਾਈ ਲਹਿਣਾ ਜੀ ਨੂੰ ਬਖਸ਼ ਕੇ ਗੁਰੂ ਅੰਗਦ ਬਣਾਇਆ ਤੇ ਉਸ ਤੋਂ ਪਹਿਲਾਂ ਜਿਹੜੀ ਹੈ ਉਹ ਪਰਖ ਕੀਤੀ ਗਈ, ਤੇ ਪਰਖ ਸਿਰਫ ਕੇਵਲ ਕੱਲੀ ਭਾਈ ਲਹਿਣਾ ਜੀ ਦੀ ਨਹੀਂ ਹੋਈ। ਇਸ ਗੁਰੂ ਜੋਤ ਦੇ ਵਾਰਸ ਬਣਾਉਣ ਵਾਸਤੇ, ਇਸ ਗੁਰੂ ਜੋਤ ਦਾ ਉੱਤਰਾਧਿਕਾਰੀ ਲੱਭਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸਿਰਫ ਕੇਵਲ ਇਕੱਲੇ ਭਾਈ ਲਹਿਣਾ ਜੀ ਦੀ ਪਰਖ ਨਹੀਂ ਕੀਤੀ। ਇਹਨੂੰ ਵੇਖੋ, ਸਿੱਖਾਂ ਪੁੱਤਰਾਂ ਕੋਖ ਕੈ, ਸਿੱਖਾਂ ਨੂੰ ਵੀ ਤੇ ਪੁੱਤਰਾਂ ਨੂੰ ਵੀ। ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਸਤਿਗੁਰੂ ਜੀ ਕੇ ਜਿਹੜੇ ਸੁਪੁੱਤਰ ਹਨ, ਸਾਹਿਬਜ਼ਾਦੇ ਨੇ, ਤੋ ਇੱਥੇ ਇਹ ਜਿਹੜਾ ਹੈ ਗਵਾਹੀ ਦਿੰਦੇ ਨੇ ਭਾਈ ਸੱਤਾ ਜੀ ਵੀ ਸਿੱਖਾਂ ਤੇ ਪੁੱਤਰਾਂ ਕੋਖ ਕਹਿ, ਸਿੱਖਾਂ ਦੀ ਵੀ ਪਰਖ ਕੀਤੀ। ਭਾਈ ਲਹਿਣਾ ਜੀ ਦੇ ਨਾਲ ਨਾਲ ਹੋਰ ਵੀ ਬੜੇ ਸਿੱਖ ਸਨ ਤੇ ਆਪਣੇ ਪੁੱਤਰਾਂ ਦੋਹਾਂ ਦੀ ਪੜਤਾਲ ਕੀਤੀ, ਦੋਹਾਂ ਦੀ ਕੋਖ ਕੀਤੀ, ਪਰਖ ਕੀਤੀ। ਤੇ ਪਰਖ ਕਰਨ ਤੋਂ ਬਾਅਦ ਜਿਹੜਾ ਹੈ ਸਭ ਉਮਤ ਵੇਖੋ ਜੇ ਕਿਉਂ ਨਾ, ਸਾਰੀ ਲੁਕਾਈ ਵੇਖੋ ਜੋ ਉਸਨੇ ਕੀਤਾ ਹੈ। ਤੇ ਮੈਂ ਇਹ ਵੀ ਬੇਨਤੀ ਕਰਦਿਆਂ, ਇਹ ਪਰਖ ਜਿਹੜੀ ਹੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸਿੱਖਾਂ ਤੇ ਪੁੱਤਰਾਂ ਦੀ ਬਰਾਬਰ ਕੀਤੀ ਹੈ। 1532 ਦਾ ਸਮਾਂ ਹੈ ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਨੇ। ਤੇ ਸ਼ੁਰੂਆਤ ਦੀ ਇੱਕ ਸਾਖੀ ਜਿਹੜੀ ਇਤਿਹਾਸਿਕ ਪੰਨਿਆਂ ਤੇ ਅਸੀਂ ਪੜ੍ਹਦੇ ਹਾਂ ਤੇ ਉਸ ਸਾਖੀ ਅਨੁਸਾਰ ਆਖਦੇ ਨੇ ਕਿ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਹੋ ਕਰਕੇ ਤੇ ਸ਼੍ਰੀ ਕਰਤਾਰਪੁਰ ਸਾਹਿਬ ਵਾਲੇ ਪਾਸੇ ਜਾ ਰਹੇ ਨੇ। ਤੇ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਪਹੁੰਚ ਕਰਕੇ ਰਸਤੇ ਵਿੱਚੋਂ ਇੱਕ ਵਿਅਕਤੀ ਉਹਨਾਂ ਨੂੰ ਮਿਲਿਆ ਤੇ ਉਹਨੂੰ ਪੁੱਛਦੇ ਨੇ ਵੀ ਮੈਂ ਗੁਰੂ ਨਾਨਕ ਦੇ ਘਰ ਜਾਣਾ ਤੇ ਮੈਨੂੰ ਰਸਤਾ ਦੱਸੋ। ਤੇ ਕਹਿੰਦੇ ਨੇ ਕਿ ਉਸ ਵਿਅਕਤੀ ਨੇ ਭਾਈ ਲਹਿਣਾ ਜੀ ਨੂੰ ਉਸ ਥਾਂ ਤੇ ਗੁਰੂ ਨਾਨਕ ਦੇ ਘਰ-ਦਰ ਵਿੱਚ ਪਹੁੰਚਾਉਣ ਵਾਸਤੇ ਜਿਹੜਾ ਵੀ ਘੋੜੇ ਦੀ ਲਗਾਮ ਆਪ ਫੜ ਲਈ। ਭਾਈ ਲਹਿਣਾ ਜੀ ਘੋੜੇ ਤੇ ਹੀ ਸਵਾਰ ਨੇ ਤੇ ਲਗਾਮ ਫੜ ਕਰਕੇ ਅੱਗੇ ਅੱਗੇ ਤੁਰੇ ਜਾ ਰਹੇ। ਤੇ ਜਿਸ ਵੇਲੇ ਧਰਮਸ਼ਾਲਾ ਵਿੱਚ ਪਹੁੰਚੇ ਤੇ ਪਹੁੰਚ ਕਰਕੇ ਉਹਨਾਂ ਨੂੰ ਆਖਿਆ ਗਿਆ ਵੀ ਸਾਹਮਣੇ ਘੋੜਾ ਬੰਨ੍ਹ ਦਿਓ ਤੇ ਇਹ ਸਾਹਮਣੇ ਜਿਹੜੀ ਧਰਮਸ਼ਾਲਾ ਤੇ ਇਹਦੇ ਅੰਦਰ ਦਾਖਲ ਹੋਵੋ, ਇੱਥੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਿਲਣਗੇ। ਤੋ ਘੋੜਾ ਬੰਨ੍ਹ ਕਰਕੇ ਜਦੋਂ ਧਰਮਸ਼ਾਲਾ ਦੇ ਅੰਦਰ ਗਏ ਨੇ ਤੇ ਸਾਹਮਣੇ ਵੇਖਿਆ ਵੀ ਇਹ ਤੇ ਉਹੀ ਵਿਅਕਤੀ ਜਿਸ ਨੇ ਮੇਰੇ ਘੋੜੇ ਦੀ ਲਗਾਮ ਫੜੀ ਤੇ ਮੇਰੇ ਅੱਗੇ ਅੱਗੇ ਤੁਰਦੇ ਰਹੇ। ਇਹ ਤੇ ਆਪ ਲੈ ਕਰਕੇ ਆਏ ਨੇ ਤੇ ਦੋਵੇਂ ਹੱਥ ਜੋੜ ਕਰਕੇ ਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਜਿਹੜਾ ਹੈ ਸੀਸ ਰੱਖ ਦਿੱਤਾ। ਤੇ ਸੀਸ ਰੱਖਦਿਆਂ ਸਾਰ ਜਿਹੜਾ ਹੈ ਇਹ ਵਾਰ-ਵਾਰ ਆਖਿਆ ਵੀ ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ। ਕਿਸ ਗੱਲ ਦੀ ਮੁਆਫੀ? ਤੇ ਆਖਣ ਲੱਗੇ ਨੇ ਕਿ ਮੈਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਸਾਂ
ਤੇ ਮੇਰੇ ਤੋਂ ਬੜੀ ਵੱਡੀ ਅਵੱਗਿਆ ਹੋ ਗਈ ਕਿ ਮੈਂ ਘੋੜੇ ਤੇ ਚੜਿਆ ਰਿਹਾ ਤੇ ਗੁਰੂ ਮੇਰੀ ਲਗਾਮ ਫੜ ਕੇ ਅੱਗੇ ਅੱਗੇ ਤੁਰਦਾ ਰਿਹਾ। ਇਹ ਬੜੀ ਵੱਡੀ ਅਵੱਗਿਆ ਹੋ ਗਈ ਹੈ। ਤੇ ਆਖਣ ਲੱਗੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਹੈ ਕਿ ਅਸਲ ਵਿੱਚ ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਹੈ ਉਹ ਘੋੜਿਆਂ ਤੇ ਚੜ ਕੇ ਆਉਂਦੇ ਨੇ। ਤੇ ਭਾਈ ਲਹਿਣਾ ਜੀ ਉਹਨਾਂ ਨੂੰ ਫਿਰ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸਾਰੀ ਬਖਸ਼ਿਸ਼ ਕੀਤੀ ਹੈ। तो शुरुआत इस गल तो हुई तो उदू बाद फिर 1532 तो लैकर के 1539 तक का 7 साल का समा इस सिखां ते पुत्रां नूं घोखण विच ही लंघिया, परख करन विच ही लंघिया है। ते उस परख दे विचों जो फिर गुरु नानक साहब महाराज ने नानक ईश्वर जगन्नाथ उच्च हद्दी वैण विरक्यों, गुरु नानक साहब महाराज ने जिहड़ा हद तो उच्चा बचन किया कि अपने चेले नूं ही गुरु बना दिता ते लोकाई नूं आख्या भी तुसीं भी हुण इसे दे अगे ही मत्था टेको ते फिर सिखां पुत्रां को कै सब उम्मत वेखो जे क्यों जो उसने कीता है ते ओदे विच जां शुद्ध होस तां लहना टिक्यो। जदों शुद्ध हो गए ते फिर भाई लहना जी नूं टिका दिता। गुरु जोत ਉਹਨਾਂ ਦੇ ਅੰਦਰ ਰੱਖ ਦਿੱਤੀ ਤੇ ਉਹਨਾਂ ਨੂੰ ਜਿਹੜਾ ਹੈ ਗੁਰੂ ਰੂਪ ਕਹਿ ਦਿੱਤਾ। ਫਿਰ ਮੈਂ ਨਾਲੇ ਵੀ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਧੁਰ ਤੋਂ ਹੀ ਗੁਰਿਆਈ ਦੀ ਬਖਸ਼ਿਸ਼ ਲੈ ਕਰਕੇ ਆਏ ਤੇ ਉਸ ਗੁਰਿਆਈ ਦੀ ਬਖਸ਼ਿਸ਼ ਨੂੰ ਦੂਜੇ ਸਰੀਰ ਗੁਰੂ ਅੰਗਦ ਸਾਹਿਬ ਮਹਾਰਾਜ ਵਿੱਚ ਟਿਕਾਇਆ। ਇਹ ਜੋਤ ਤੇ ਜੋਤੀ ਉਹੀ ਰਹੀ ਹੈ, ਕਿਉਂਕਿ ਅੱਜ ਇਸ ਪੌੜੀ ਦੇ ਵਿੱਚ ਭਾਈ ਸੱਤਾ ਜੀ ਨੇ ਜੋਤ ਸਮਾਨੀ ਜੋਤ ਮਾਹੀ ਇਹਦਾ ਜ਼ਿਕਰ ਕੀਤਾ ਹੈ। ਆਮ ਤੌਰ ਤੇ ਸਰੀਰਾਂ ਦੇ ਚੜਾਈ ਕਰ ਜਾਣ ਦੇ ਉੱਤੇ ਇਹ ਜੋਤ ਜੋਤੀ ਵਿੱਚ ਸਮਾਗੇ ਦੀ ਗੱਲ ਕੀਤੀ ਜਾਂਦੀ ਹੈ, ਜਾਂ ਜਿਵੇਂ ਅਸੀਂ ਗੁਰੂ ਸਾਹਿਬ ਜੀ ਦੇ ਜੋ ਸੰਸਾਰ ਚਲਾਣੇ ਦੀ ਗੱਲ ਹੈ ਤੇ ਉਸ ਨੂੰ ਅਸੀਂ ਜੋਤੀ ਜੋਤ ਸਮਾ ਗਏ ਇਵੇਂ ਆਖਦੇ ਹਾਂ। ਪਰ ਜਦੋਂ ਇਹ ਗੁਰਤਾ ਗੱਦੀ ਬਖਸ਼ੀ ਹੈ ਤੇ ਇਹ ਪੰਕਤੀ ਉਸ ਵੇਲੇ ਨੂੰ ਵਰਤ ਕਰਕੇ ਸਾਹਮਣੇ ਰੱਖੀ ਹੈ ਵੀ ਜੋਤ ਸਮਾਣੀ ਜੋਤ ਮਾਹੇ, ਉਹ ਜੋਤ ਜਿਹੜੀ ਗੁਰੂ ਜੋਤ ਹੈ ਜਿਹਦੇ ਕਾਰਨ ਕਰਕੇ ਗੁਰੂ ਅਖਵਾਇਆ ਗਿਆ ਹੈ, ਉਹ ਜੋਤ ਸਮਾ ਗਈ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਆਪਣੇ ਬਰਾਬਰ ਕਰ ਲਿਆ ਹੈ ਤੇ ਹਵਾਲਾ ਇੱਥੇ ਦਿੱਤਾ, ਜਾਂ ਸੁਧੋਸ ਤਾਂ ਲਹਿਣਾ ਟਿਕਿਉਣ, ਜਦੋਂ ਸ਼ੁੱਧ ਹੋ ਗਏ ਤੇ ਉਦੋਂ ਭਾਈ ਲਹਿਣਾ ਜੀ ਨੂੰ ਟਿਕਾ ਦਿੱਤਾ। ਅਸਲ ਅੰਦਰ ਇਹ ਚੌਥੀ ਪੌੜੀ ਜਿਹੜੀ ਹੈ ਜਿਸ ਵਿੱਚ ਭਾਈ ਸੱਤਾ ਜੀ ਨੇ ਇਹ ਜੀਵਨ ਜੁਗਤੀ ਸਾਨੂੰ ਵੀ ਬਖਸ਼ਿਸ਼ ਕੀਤੀ ਕਿ ਗੁਰੂ ਦੇ ਘਰ ਵਿੱਚ, ਗੁਰੂ ਦੇ ਘਰ ਵਿੱਚ ਕਿਵੇਂ ਪ੍ਰਵਾਨ ਪਈਦਾ ਹੈ, ਕਿਵੇਂ ਪ੍ਰਵਾਨਗੀ ਹੋ ਜਾਂਦੀ ਹੈ, ਗੁਰੂ ਦੀਆਂ ਨਜ਼ਰਾਂ ਵਿੱਚ ਕਿਵੇਂ ਪ੍ਰਵਾਨ ਹੋ ਜਾਈਦਾ ਹੈ, ਇਹਦੀ ਗੱਲ ਇੱਥੇ ਸਾਡੇ ਸਾਹਮਣੇ ਰੱਖੀ। ਇੱਕ ਬੇਨਤੀ ਕਹਿ ਕੇ ਇਸ ਵਿੱਚੋਂ ਫਿਰ ਮੈਂ ਸਮਾਪਤੀ ਕਰਾਂਗਾ। ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ-ਦਰ ਵਿੱਚ ਆਏ ਨੇ ਤੇ ਸਭ ਤੋਂ ਪਹਿਲਾਂ ਆਪਣੀ ਸੁਰਤ ਨੂੰ ਉੱਚਿਆਂ ਕੀਤਾ ਹੈ। ਗੁਰੂ ਕੇ ਸਿੱਖ ਗੁਰੂ ਚਰਨਾਂ ਵਿੱਚ ਜਦੋਂ ਅਰਦਾਸ ਕਰਦੇ ਨੇ ਤੇ ਅਰਦਾਸ ਵਿੱਚ ਮਨ ਨੀਵਾਂ ਤੇ ਮਤ ਉੱਚੀ ਆਖਦੇ ਨੇ। ਇਹ ਸੁਰਤ ਨੂੰ ਮਤ ਨੂੰ ਉੱਚਿਆਂ ਕਰਨ ਦੀ ਗੱਲ। ਉਸ ਵਿੱਚ ਕੀ ਹੋਇਆ ਹੈ, ਇੱਕ ਉਸ ਸਮੇਂ ਦੀ ਸਾਖੀ ਜਿਹੜੀ ਹੈ ਚੱਲਦੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿਖੇ ਖੇਤੀ ਕਰਦੇ ਨੇ। ਕੁਝ ਕਾਮੇ, ਕੁਝ ਮਜ਼ਦੂਰ ਜਿਹੜੇ ਨੇ ਉਹ ਖੇਤੀ ਵਿੱਚੋਂ ਨਦੀਨ ਕੱਢਣ ਵਾਸਤੇ ਲਾਏ ਤੇ ਆਖਦੇ ਨੇ ਕਿ ਉਹ ਨਦੀਨ ਜਿਸ ਵਿੱਚ ਥੋੜਾ ਚਿੱਕੜ ਵੀ ਨਾਲ ਹੈ ਤੇ ਉਹਦੀ ਇੱਕ ਭਰੀ ਹੋਈ ਪੰਡ ਜਿਹੜੀ ਹੈ ਜਿਸ ਵਿੱਚੋਂ ਉਹ ਚਿੱਕੜ ਚੋਂਦਾ ਪਿਆ ਹੈ ਤੇ ਉਸ ਨੂੰ ਭਾਈ ਲਹਿਣਾ ਜੀ ਦੇ ਸਿਰ ਤੇ ਧਰ ਦਿੱਤਾ
ਤੇ ਭਾਈ ਲਹਿਣਾ ਜੀ ਉਵੇਂ ਹੀ ਆਗਿਆ ਮੰਨ ਕਰਕੇ ਘਰ ਚਲੇ ਗਏ। ਜਾ ਕਰਕੇ ਜਦੋਂ ਇਹ ਪੰਡ ਨੂੰ ਘਰ ਸੁੱਟਿਆ ਹੈ ਤੇ ਮਾਤਾ ਸੁਲੱਖਣੀ ਜੀ ਜਿਹੜੇ ਨੇ ਵੇਖਦੇ ਨੇ ਕਿ ਇਸ ਪੁਰਸ਼ ਦੇ ਇੰਨੇ ਸੁੰਦਰ ਸੋਹਣੇ ਬਸਤਰ ਸਨ, ਕੀਮਤੀ ਬਸਤਰ ਸਨ, ਤੇ ਗੁਰੂ ਨਾਨਕ ਸਾਹਿਬ ਜੀ ਨੇ ਚਿੱਕੜ ਦੀ ਪੰਡ ਉੱਤੇ ਧਰਾ ਦਿੱਤੀ ਹੈ। ਤੋ ਕਹਿਣ ਦਾ ਭਾਵ ਕੀ ਹੈ ਕਿ ਅਸਲ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਉਸ ਵੇਲੇ ਗੁਰੂ ਕਾ ਹੁਕਮ ਮੰਨਿਆ ਤੇ ਹੁਕਮ ਮੰਨ ਕਰਕੇ ਮਨ ਆਪਣਾ ਜਿਹੜਾ ਹੈ ਨੀਵਾਂ ਰੱਖਿਆ ਤੇ ਆਪਣੀ ਮੱਤ ਨੂੰ ਉੱਚਿਆਂ ਰੱਖਿਆ ਹੈ ਕਿ ਇਹ ਤੇ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਤੇ ਉਹ ਬਖਸ਼ਿਸ਼ ਜਿਹੜੀ ਆ ਉਹ ਮੇਰੇ ਸਿਰ ਤੇ ਧਰ ਦਿੱਤੀ ਹੈ। ਇਸ ਕਰਕੇ ਇਹ ਹੁਕਮ ਮੰਨਣ ਦੀ ਕਿਰਿਆ ਵਿੱਚੋਂ ਸ਼ੁਰੂਆਤ ਹੋਈ ਹੈ ਤੇ ਜਿਹਦੇ ਨਾਲ ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਮਨ ਨੂੰ ਵਸ ਵਿੱਚ ਕਰਨਾ ਤੇ ਸੁਰਤ ਜਿਹੜੀ ਉਹ ਪਰਬਤ ਵਰਗੀ ਉੱਚੀ ਬਣਾਣੀ ਤੇ ਸ਼ਬਦ ਰਿੜਕਿਓਨ ਗੁਰੂ ਕੇ ਸ਼ਬਦ ਵਿੱਚ ਵਿਚਾਰ ਵਿੱਚ ਆਪਣੇ ਆਪ ਨੂੰ ਰਿੜਕਣਾ ਹੈ, ਪੱਕਿਆਂ ਕਰਨਾ ਹੈ ਤੇ ਫਿਰ ਜਾ ਕਰਕੇ ਉਹ ਪ੍ਰਵਾਨਗੀ ਵਾਲਾ ਤਤ ਮੱਖਣ ਜਿਹੜਾ ਪ੍ਰਾਪਤ ਹੁੰਦਾ ਹੈ, ਜਿਹਨੂੰ ਭਾਈ ਸੱਤਾ ਜੀ ਨੇ ਇੱਥੇ ਲਿਖਿਆ ਹੈ, ਜਾਂ ਸੁਦੋਸ ਤਾਂ ਲਹਿਣਾ ਟੇਕਿਓਨ। ਤੋ ਇਸ ਢੰਗ ਦੇ ਨਾਲ ਜਿਹੜਾ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਘਰ ਵਿੱਚ ਦਰ ਵਿੱਚ ਪ੍ਰਵਾਨ ਹੋਏ ਨੇ। ਫਿਰ ਜਦੋਂ ਇਹ ਪ੍ਰਵਾਨਗੀ ਹੋ ਗਈ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਫੈਸਲਾ ਹੋਰ ਜਿਹੜਾ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸੁਣਾਇਆ ਗਿਆ ਕਿ ਹੁਣ ਸਿੱਖੀ ਦਾ ਕੇਂਦਰ ਜਿਹੜਾ ਹੈ ਇਹ ਕਰਤਾਰਪੁਰ ਸਾਹਿਬ ਬਣਿਆ ਤੇ ਸਿੱਖੀ ਵਿੱਚ ਹੋਰ ਵਾਧਾ ਕਰੋ ਤੇ ਇਸ ਥਾਂ ਤੋਂ ਅੱਗੇ ਖਡੂਰ ਸਾਹਿਬ ਜਾਓ। ਤੋ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਜਿਵੇਂ ਫਿਰ ਖਡੂਰ ਸਾਹਿਬ ਵਿੱਚ ਜਾ ਕਰਕੇ ਉਹੀ ਸਤ ਸੰਤੋਖ ਦਇਆ ਧੀਰਜ ਸੇਵਾ ਸਿਮਰਨ ਬੰਦਗੀ ਦੀਆਂ ਦਾਤਾਂ ਬਖਸ਼ਿਸ਼ਾਂ ਨੂੰ ਵੰਡਿਆ ਹੈ, ਉਹ ਅਗਲੀ ਪੌੜੀ ਵਿੱਚ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੇ ਜ਼ਿਕਰ ਕੀਤਾ ਹੈ। ਤੋ ਪੰਜਵੀਂ ਪੌੜੀ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਵੱਲੋਂ ਜੋ ਬਖਸ਼ਿਸ਼ਾਂ ਉੱਥੇ ਹੋਈਆਂ ਨੇ ਉਹਦਾ ਜ਼ਿਕਰ ਕੀਤਾ ਗਿਆ, ਜੋ ਸੰਗਤ ਤੇ ਉਹਨਾਂ ਨੇ ਮਿਹਰਾਮਤ ਵਰਤਾਈ ਹੈ, ਜੋ ਬਖਸ਼ਿਸ਼ ਦਾ ਦਰ ਸੰਗਤ ਵਾਸਤੇ ਖੋਲਿਆ ਹੈ। ਤੋ ਉਸ ਦੀ ਵਿਚਾਰ ਅਗਲੇ ਦੀਵਾਨ ਵਿੱਚ ਸਾਂਝੀ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।